ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਸਿੱਖ ਧਰਮ ਦੇ ਅੰਦਰ ਬਹੁਤ ਸਾਰੇ ਚਿਹਰੇ ਐਸੇ ਅਣਪਛਾਤੇ ਆ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਸਿੱਖ ਧਰਮ ਦੀਆਂ ਖੋਜਾਂ ਤੇ ਸਿੱਖ ਧਰਮ ਦੀ ਰੂਹਾਨੀਅਤ ਦੇ ਨਾਲ ਇੰਨਾ ਗੂੜਾ ਰੰਗਿਆ ਸੀਗਾ ਕਿ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਸੀਗਾ ਪੂਰੀ ਦੁਨੀਆ ਦੇ ਵਿੱਚ ਕੀਤਾ। ਤੇ ਇਹਨਾਂ ਦੇ ਵਿੱਚੋਂ ਇੱਕ ਅਣਪਛਾਤੇ ਚਿਹਰੇ ਪੱਛਮ ਦੇ ਹੋਏ ਆ ਜਿਨ੍ਹਾਂ ਦਾ ਨਾਂ ਹੈ ਮੈਕਸ ਆਰਥਿਕ ਮੈਕਾਲਿਫ। ਇਹ ਜਿਹੜੇ ਮੈਕਸ ਆਰਥਿਕ ਮੈਕਾਲਿਫ ਸੀਗੇ ਨਾ, ਇਹਨਾਂ ਨੇ ਆਪਣੀ ਪੂਰੀ ਦੀ ਪੂਰੀ ਜ਼ਿੰਦਗੀ ਸਿੱਖ ਧਰਮ ਦੀ ਖੋਜ ਦੇ ਵਿੱਚ ਲਾਤੀ ਆ। ਸੋ ਦਾਸ ਅੱਜ ਇਹਨਾਂ ਦੇ ਜੀਵਨ ਦੇ ਉੱਤੇ ਇੱਕ ਤਿਲ ਮਾਤਰ ਜੋ ਸੰਖੇਪ ਵਿਚਾਰ ਆ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਅਗਰ ਆਪਾਂ ਦੇਖੀਏ ਤਾਂ ਸਿੱਖ ਧਰਮ ਬਹੁਤ ਛੋਟੀ ਉਮਰ ਦਾ ਧਰਮ ਹੈ, ਕਿਉਂਕਿ ਸਿਰਫ 3 ਸਦੀਆਂ ਹੋਏ ਆ ਇਸ ਧਰਮ ਨੂੰ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਇਆ। ਤੇ ਇਸ ਦੇ ਬਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਹੋਏ ਆ। ਸੋ ਐਸਾ ਕੋਈ ਸਵਾਲ ਨਹੀਂ ਦੁਨੀਆ ਦਾ, ਚਾਹੇ ਉਹ ਕਿਸੇ ਵੀ ਵਿਸ਼ੇ 'ਤੇ ਹੋਵੇ, ਚਾਹੇ ਉਹ ਅਧਿਆਤਮਿਕ ਹੋਵੇ, ਚਾਹੇ ਭੌਤਿਕਵਾਦੀ ਹੋਵੇ, ਚਾਹੇ ਕੋਈ ਵੀ ਸਵਾਲ ਹੋਵੇ ਜਿਹਦਾ ਜਵਾਬ ਧੰਨ ਗੁਰੂ ਨਾਨਕ ਸਾਹਿਬ ਇਸ ਪੂਰੇ ਸੰਸਾਰ ਨੂੰ ਆਪਣੀ ਬਾਣੀ ਦੇ ਵਿੱਚ ਨਹੀਂ ਦੇ ਕੇ ਗਏ। ਸੋ ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖੀ ਦੇ ਪ੍ਰਤੀ ਦੁਨੀਆ ਦੇ ਜਿੰਨੇ ਵੀ ਚਿੰਤਕ ਤੇ ਵਿਦਵਾਨ ਹਨ ਉਹਨਾਂ ਦਾ ਧਿਆਨ ਖਿੱਚਿਆ ਜਾਣਾ ਇੱਕ ਕੁਦਰਤੀ ਗੱਲ ਹੈਗੀ ਆ। ਸੋ ਇਹ ਜਿਹੜੇ ਮੈਕਸ ਆਰਥਿਕ ਮੈਕਾਲਿਫ ਸੀਗੇ, ਇਹ ਆਇਰਲੈਂਡ ਦੇ ਜੰਪਲ ਹੋਏ ਆ ਤੇ 1864 ਦੇ ਵਿੱਚ ਇਹ ਪੰਜਾਬ ਆਏ ਸੀ। ਤੇ ਇਹ ਸਿੱਖ ਧਰਮ ਤੋਂ ਇੰਨੇ ਪ੍ਰਭਾਵਿਤ ਹੋਇਆ ਕਿ ਇਹਨਾਂ ਨੇ ਆਪਣੀ ਸਾਰੀ ਉਮਰ ਇਸ ਧਰਮ ਦੇ ਅਧਿਐਨ ਤੇ ਖੋਜ ਦੇ ਉੱਤੇ ਲਾ ਦਿੱਤੀ ਸੀਗੀ। ਸੋ ਮੈਕਾਲਿਫ ਦਾ ਜਿਹੜਾ ਜਨਮ ਆ ਇਹ 17 ਸਤੰਬਰ 1838 ਨੂੰ ਨਿਊਕੈਸਲ ਵੈਸਟ, ਇਹ ਜਿਹੜਾ ਨਿਊਕੈਸਲ ਵੈਸਟ ਹੈਗਾ ਇਹ ਲਿਮੈਰਿਕ ਆਇਰਲੈਂਡ ਦੇ ਵਿੱਚ ਪਾਇਆ ਜਾਂਦਾ ਹੈਗਾ, ਉੱਥੇ ਹੋਇਆ ਸੀਗਾ। ਸੋ ਇਹਨਾਂ ਨੇ ਜਿਹੜੀ ਆਪਣੀ ਮੁੱਢਲੀ ਵਿੱਦਿਆ ਹੈ ਨਾ ਨਿਊਕੈਸਲ ਸਕੂਲ ਦੇ ਵਿੱਚ ਪ੍ਰਾਪਤ ਕੀਤੀ ਸੀ। ਉਸ ਤੋਂ ਬਾਅਦ ਜਿਹੜੀ ਯੂਨੀਵਰਸਿਟੀ ਦੀ ਇਹਨੇ ਡਿਗਰੀ ਲਈ ਆ ਇਹ ਆਲਵਾਨੀ ਕਾਲਜ ਤੋਂ ਲਈ ਆ। ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਅਗਲੀ ਡਿਗਰੀ ਲਈ ਆ ਇਹ ਕਮੀਜ਼ ਕਾਲਜ ਦੇ ਵਿੱਚੋਂ ਲਈ ਆ। ਇਹ ਜਿਹੜੇ ਦੋਨੇ ਕਾਲਜ ਆ ਇਹ ਗੱਲੇ ਦੇ ਵਿੱਚ ਹੈਗੇ ਆ। ਸੋ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੂਲ ਭਾਸ਼ਾਵਾਂ ਸਿੱਖੀਆਂ ਉਹਨਾਂ ਦੇ ਵਿੱਚੋਂ ਯੂਨਾਨੀ, ਲਤੀਨੀ, ਫਰੈਂਚ, ਇਤਾਲਵੀ ਆਦਿ ਇਹ ਜਿਹੜੀਆਂ ਭਾਸ਼ਾਵਾਂ ਤੋਂ ਇਹ ਮੈਕਾਲਿਫ ਬਹੁਤ ਤਰ੍ਹਾਂ ਜਾਣੂ ਸੀਗੇ। 1862 ਦੇ ਵਿੱਚ ਇੰਡੀਅਨ ਸਿਵਲ ਸਰਵਿਸ ਦੇ ਲਈ ਇਹਨਾਂ ਨੂੰ ਚੁਣਿਆ ਗਿਆ ਸੀਗਾ ਤੇ ਇਹਨਾਂ ਦੀ ਜਿਹੜੀ ਨਿਯੁਕਤੀ ਸੀ ਫਿਰ 1864 ਦੇ ਵਿੱਚ ਪੰਜਾਬ ਦੇ ਵਿੱਚ ਹੋਈ ਸੀ। ਉਸ ਤੋਂ ਬਾਅਦ ਮੈਕਾਲਿਫ ਜਿਹੜੇ ਸੀਗੇ ਇਹ 1882 ਵਿੱਚ ਡਿਪਟੀ ਕਮਿਸ਼ਨਰ ਦੇ ਅਹੁਦੇ 'ਤੇ ਤੈਨਾਤ ਹੋ ਗਏ ਸੀਗੇ। 1884 ਦੇ ਵਿੱਚ ਇਹ ਮੈਕਾਲਿਫ ਜਿਹੜੇ ਸੀਗੇ ਮੰਡਲ ਜੱਜ ਤੇ ਜਿਹੜੇ ਹੈ ਨਾ ਫਿਰੋਜ਼ਪੁਰ ਉਹਨਾਂ ਟਾਈਮਾਂ 'ਚ ਨਿਯੁਕਤ ਹੋਏ ਸੀਗੇ। ਤੇ ਇਹਨਾਂ ਦਾ ਜਿਹੜਾ ਰੁਝਾਨ ਸੀਗਾ ਇਹ ਜਿੰਨੇ ਵੀ ਪੰਜਾਬ ਦੇ ਵਾਸੀ ਸੀ ਉਹਨਾਂ ਦੇ ਧਰਮ ਨੂੰ ਦੇਖਣਾ, ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਸਮਝਣਾ ਤੇ ਉਹਨਾਂ ਦੇ ਨਾਲ ਦਿਲੀ ਹਮਦਰਦੀ ਰੱਖਣ ਕਰਕੇ ਇਹ ਜਿਹੜੇ ਸੀਗੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹਰਮਨ ਪਿਆਰੇ ਹੋ ਗਏ ਸੀਗੇ, ਜਿਸ ਕਰਕੇ ਬਹੁਤ ਸਾਰੇ ਅੰਗਰੇਜ਼ਾਂ ਦੇ ਨਾਲ ਇਹਨਾਂ ਦਾ ਵਾਦ ਵਿਵਾਦ ਵੀ ਜਿਹੜਾ ਚੱਲਿਆ ਸੀਗਾ। ਇੱਕ ਵਾਰ ਮੈਕਾਲਿਫ ਸੁਲੇਮਾਨ ਪਹਾੜੀਆਂ ਦੇ ਇੱਕ ਡੇਰਾ ਹੈਗਾ ਜਿਹਦਾ ਨਾਂ ਹੈਗਾ ਗਾਜੀ ਖਾਨ, ਉੱਥੇ ਸਖੀ ਸਰਬਲ ਦਾ ਮੇਲਾ ਲੱਗਦਾ ਹੈਗਾ ਤੇ ਇਹ ਉਸ ਮੇਲੇ 'ਚ ਗਏ ਸੀ ਤੇ ਉਸ ਮੇਲੇ ਦਾ ਚੰਗੀ ਤਰ੍ਹਾਂ ਇਹਨਾਂ ਨੇ ਅਧਿਐਨ ਕੀਤਾ ਸੀਗਾ ਤੇ ਇਹਦੀ ਜਾਣਕਾਰੀ ਜਿਹੜੀ ਸੀ ਪੱਛਮ ਦੇ ਵਿੱਚ ਆਪਣੇ ਲੋਕਾਂ ਨੂੰ ਦਿੱਤੀ ਸੀ। ਪਰ 1880 ਦੇ ਵਿੱਚ ਇਹ ਦਰਬਾਰ ਸਾਹਿਬ ਆਏ ਸੀ ਤੇ ਇੱਥੇ ਆ ਕੇ ਇਹਨਾਂ ਨੇ ਪਹਿਲੀ ਵਾਰ ਦਰਬਾਰ ਸਾਹਿਬ ਦੀ ਜਿਹੜੀ ਦੀਵਾਲੀ ਸੀ ਉਹਨਾਂ ਟਾਈਮਾਂ 'ਚ ਜਿਹੜੀ ਉਹ ਅੱਖੀਂ ਦੇਖੀ। ਉਸ ਤੋਂ ਬਾਅਦ ਇਹਨਾਂ ਨੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ, ਇਤਿਹਾਸ ਸੁਣਿਆ। ਇਹ ਸਭ ਕੁਛ ਦੇਖਣ ਤੋਂ ਬਾਅਦ ਇਹ ਇੰਨੇ ਜ਼ਿਆਦਾ ਸਿੱਖੀ ਤੋਂ ਪ੍ਰਭਾਵਿਤ ਹੋ ਗਏ ਸੀਗੇ ਕਿ 1880 ਤੇ 81 ਦੇ ਵਿੱਚ ਹੈ ਨਾ ਇਹਨਾਂ ਨੇ ਜਿਹੜੇ ਸੀਗੇ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਜਿਹੜੇ ਲੇਖ ਸੀ ਉਹ ਲਿਖਣੇ ਸ਼ੁਰੂ ਕਰ ਦਿੱਤੇ ਸੀਗੇ। ਉਸ ਤੋਂ ਬਾਅਦ ਫਿਰ ਇਹਨਾਂ ਨੇ ਇੱਥੇ ਹੀ ਫਿਰ ਪੰਜਾਬੀ, ਸੰਸਕ੍ਰਿਤ, ਫਾਰਸੀ ਭਾਸ਼ਾ ਦਾ ਗਿਆਨ ਹਾਸਲ ਕੀਤਾ ਸੀਗਾ। ਉਸ ਤੋਂ ਬਾਅਦ ਤਾਂ ਫਿਰ ਮੈਕਾਲਿਫ ਜਿਹੜੇ ਸੀਗੇ ਇਹ ਸਿੱਖੀ ਦੇ ਪੂਰੇ ਦੀਵਾਨੇ ਹੋ ਗਏ ਸੀਗੇ। ਦੇਖੋ ਇਹਨਾਂ ਨੇ ਆਪਣੀ ਜਿਹੜੀ ਖੋਜ ਸੀ ਉਸ ਨੂੰ ਹੋਰ ਵੀ ਉੱਨਤ ਕਰਨ ਦੇ ਵਿੱਚ ਜਿਹਨਾਂ ਸੱਜਣਾਂ ਦਾ ਇਹਨੇ ਯੋਗਦਾਨ ਲਿਆ ਸੀਗਾ ਆਪਣੇ ਜੀਵਨ ਦੇ ਵਿੱਚ, ਉਹਦੇ ਵਿੱਚੋਂ ਪ੍ਰੋਫੈਸਰ ਗੁਰਮੁਖ ਸਿੰਘ ਸੀਗੇ ਜਿਨ੍ਹਾਂ ਨੇ ਨਾ ਪਹਿਲਾ ਪੰਜਾਬੀ ਅਖਬਾਰ ਜਿਹੜਾ ਸੀਗਾ ਉਹ ਚਲਾਇਆ ਸੀ ਉਹਨਾਂ ਟਾਈਮਾਂ ਦੇ ਵਿੱਚ। ਤੇ ਉਸ ਤੋਂ ਬਾਅਦ ਫਿਰ ਭਾਈ ਕਾਹਨ ਸਿੰਘ ਨਾਭਾ ਜਿਨ੍ਹਾਂ ਦੀ ਉਮਰ ਉਦੋਂ 22 ਸਾਲ ਦੀ ਸੀ, ਉਹਨਾਂ ਤੋਂ ਇਹਨਾਂ ਨੇ ਹੈ ਨਾ ਬਹੁਤ ਸਾਰੀ ਜਿਹੜੀ ਵਿੱਦਿਆ ਸੀਗੀ ਗ੍ਰਹਿਣ ਕੀਤੀ ਸੀ।
ਤੇ ਭਾਈ ਕਾਹਨ ਸਿੰਘ ਨਾਭਾ ਤੋਂ ਤਾਂ ਇੰਨੇ ਪ੍ਰਭਾਵਿਤ ਹੋ ਗਏ ਸੀਗੇ ਕਿ ਇੱਕ ਵਾਰ ਜਿਹੜਾ ਰਿਆਸਤ ਨਾਭੇ ਦਾ ਰਾਜਾ ਹੀਰਾ ਸਿੰਘ ਸੀ ਨਾ, ਉਹਨਾਂ ਨੂੰ ਇਹਨਾਂ ਨੇ ਬੇਨਤੀ ਕਰ ਦਿੱਤੀ ਸੀ ਕਿ ਕਾਹਨ ਸਿੰਘ, ਜਿਨ੍ਹਾਂ ਦੀ ਉਮਰ ਉਸ ਟਾਈਮ 22 ਸਾਲ ਦੀ ਸੀ ਤੇ ਮੈਕਾਲਿਫ ਦੀ ਉਮਰ ਜਿਹੜੀ ਸੀ 46 ਸਾਲ ਦੀ ਸੀ, ਇਹਨਾਂ ਨੇ ਕਿਹਾ ਸੀਗਾ ਕਿ ਕਾਹਨ ਸਿੰਘ ਜਿਹੜਾ ਨਾਭਾ ਹੈਗਾ, ਮੈਂ ਉਹਦਾ ਸ਼ਾਗਿਰਦ ਬਣਨਾ ਹੈਗਾ। ਤੇ ਇਸ ਕਰਕੇ 2 ਸਾਲ ਉਹਨਾਂ ਨੂੰ ਮੇਰੀ ਇਹ ਬੇਨਤੀ ਹੈਗੀ ਆ ਕਿ ਮੈਨੂੰ ਗੁਰਬਾਣੀ ਦਾ ਤੇ ਗੁਰਮਤਿ ਦੀ ਜਿੰਨੀ ਵੀ ਸਿੱਖਿਆ ਹੈਗੀ ਹੈ ਨਾ, ਉਹਦਾ ਮੈਨੂੰ ਅਧਿਐਨ ਕਰਾਉਣ। 1885 ਦੇ ਵਿੱਚ ਇੱਕ ਹਫੀਜ਼ਾਬਾਦ ਵਾਲੀ ਜਿਹੜੀ ਜਨਮ ਸਾਖੀ ਆ, ਜਿਹੜੀ ਮੈਕਾਲਿਫ ਨੇ ਰਾਵਲਪਿੰਡੀ ਤੋਂ ਛਪਾਈ ਸੀ ਆਪਣੇ ਆਮਦਨ ਖਰਚੇ ਦੇ ਵਿੱਚ, ਉਹ ਜਿਹੜੀ ਸਾਖੀ ਸੀਗੀ ਇਹਨਾਂ ਨੇ ਆਪਣੇ ਜਿਹੜੇ ਸਤ ਸੰਗੀ ਸੀਗੇ ਉੱਥੇ ਉਹਨਾਂ ਨੂੰ ਪੜ੍ਹਨ ਵਾਸਤੇ ਭੇਜੀ ਸੀ। ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਨਾ ਜਿਹੜੀਆਂ ਸੰਗਤ ਦੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਸੀ, ਉਹਨਾਂ ਵਿੱਚੋਂ ਸਿੱਖ ਪੰਥ ਦੇ ਜਿਹੜੇ ਮਸ਼ਹੂਰ ਵਿਦਵਾਨ ਉਹਨਾਂ ਟਾਈਮਾਂ 'ਚ ਹੋਇਆ, ਇਹਨਾਂ ਵਿੱਚੋਂ ਭਾਈ ਸਰਦੂਲ ਸਿੰਘ। ਇਹ ਜਿਹੜੇ ਭਾਈ ਸਰਦੂਲ ਸਿੰਘ ਸੀਗੇ, ਇਹ ਗਿਆਨੀ ਗਿਆਨ ਸਿੰਘ ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਹੈ ਨਾ, ਉਹਨਾਂ ਦੇ ਸਪੁੱਤਰ ਸੀ। ਉਹਨਾਂ ਦੇ ਨਾਲ ਫਿਰ ਇਹਨਾਂ ਨੇ ਜਿਹੜਾ ਸੀ ਮੇਲ ਮਿਲਾਪ ਕਰਕੇ ਜਿਹੜੇ ਵੀ ਖੋਜ ਪੱਤਰ ਵਿਚਾਰ ਵਟਾਂਦਰੇ ਕਰਨੇ ਸ਼ੁਰੂ ਕੀਤੇ। ਉਸ ਤੋਂ ਬਾਅਦ ਫਿਰ ਇਹਨਾਂ ਨੇ ਗਿਆਨੀ ਸੰਤ ਸਿੰਘ ਜੀ, ਫਿਰ ਭਾਈ ਦਿੱਤ ਸਿੰਘ ਉਹਨਾਂ ਦੇ ਨਾਲ, ਫਿਰ ਭਾਈ ਲਛਮਣ ਸਿੰਘ ਜਿਹੜੇ ਭਗਤ ਸੀਗੇ ਉਹਨਾਂ ਦੇ ਨਾਲ, ਫਿਰ ਭਾਈ ਦਸ਼ੋਧਾ ਸਿੰਘ ਜੀ, ਫਿਰ ਭਾਈ ਪ੍ਰੇਮ ਸਿੰਘ ਜੀ, ਫਿਰ ਭਾਈ ਭਗਵਾਨ ਸਿੰਘ ਜੀ। ਇਹ ਤਾਤਕ ਜਿੰਨੇ ਵੀ ਜਿਹੜੇ ਉਹਨਾਂ ਟਾਈਮਾਂ ਦੇ ਪ੍ਰਮੁੱਖ ਵਿਦਵਾਨ ਸੀ, ਉਹਨਾਂ ਦੇ ਨਾਲ ਜਿਹੜੀਆਂ ਸੀ ਇਹ ਵਿਚਾਰਾਂ ਦਾ ਜਿਹੜਾ ਸਿਲਸਿਲਾ ਸੀਗਾ ਇਹ ਸ਼ੁਰੂ ਕਰ ਦਿੱਤਾ ਸੀਗਾ। ਉਸ ਤੋਂ ਬਾਅਦ ਦੇਖੋ ਇੱਕ ਹੈ ਨਾ ਜਰਮਨ ਦਾ ਈਸਾਈ ਪਾਦਰੀ ਸੀਗਾ ਅਰਨੈਸਟ। ਇਹਨੇ ਹੈ ਨਾ ਤਕਰੀਬਨ 1877 ਦੇ ਵਿੱਚ ਸਿੱਖ ਕੌਮ ਦੇ ਪ੍ਰਤੀ ਹੈ ਨਾ ਇੱਕ ਕੋਈ ਕਿਤਾਬ ਛਾਪੀ ਸੀਗੀ, ਪਰ ਕਿਉਂਕਿ ਉਹ ਜਿਹੜੀ ਕਿਤਾਬ ਸੀਗੀ ਸਿੱਖ ਕੌਮ ਦੇ ਵਿੱਚ ਜਿਹੜੀ ਸੀਗੀ ਉਹ ਵਾਦ ਵਿਵਾਦ ਦਾ ਵਿਸ਼ਾ ਬਣ ਗਈ ਸੀ। ਇਸ ਕਰਕੇ ਇਹ ਜਿਹੜੀ ਕਿਤਾਬ ਸੀ ਇਹਨਾਂ ਨੇ ਵੀ ਪੜ੍ਹੀ ਸੀ, ਪਰ ਇਹਨਾਂ ਨੇ ਇਸ ਕਿਤਾਬ ਦੀ ਨੂੰ ਇੱਕ ਪਾਸੇ ਰੱਖ ਕੇ ਜਿਹੜੀ ਖੋਜ ਸੀ ਆਪ ਆਪਣੇ ਜੀਵਨ ਦੇ ਵਿੱਚ ਆਪ ਕਰਨ ਦਾ ਨਿਸ਼ਚਾ ਕੀਤਾ ਸੀਗਾ। ਇਸ ਕਰਕੇ ਇਹਨਾਂ ਨੇ ਬਹੁਤ ਗੰਭੀਰ ਵਿਸ਼ੇ ਜਿਹੜੇ ਸੀਗੇ ਉਹਨਾਂ ਦੀ ਖੋਜ ਜਿਹੜੀ ਸੀ ਇਹਨਾਂ ਵਿਦਵਾਨਾਂ ਦੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਫਿਰ ਦੇਖੋ ਜਦ 1893 ਦਾ ਤਕਰੀਬਨ ਸਮਾਂ ਆਇਆ ਸੀ, ਉਹਨਾਂ ਟਾਈਮਾਂ ਦੇ ਵਿੱਚ ਜਿੰਨੇ ਵੀ ਸਿੱਖ ਵਿਦਵਾਨ ਸੀ ਜਾਂ ਸਿੱਖ ਸੰਸਥਾ ਸੀਗੀਆਂ ਹਨ, ਉਹਨਾਂ ਨੇ ਫਿਰ ਮੈਕਾਲਿਫ ਨੂੰ ਕਹਿ ਦਿੱਤਾ ਸੀਗਾ ਕਿ ਅਸੀਂ ਤੇਰੀ ਹਰ ਸੰਭਵ ਜਿੰਨੀ ਵੀ ਹੋ ਸਕਦੀ ਤੇਰੀ ਸਹਾਇਤਾ ਕਰਾਂਗੇ, ਪਰ ਅਗਰ ਤੂੰ ਬਿਲਕੁਲ ਸੱਚੇ ਦਿਲੋਂ ਖੋਜ ਕਰਨੀ ਆ ਤੇ ਤੈਨੂੰ ਆਪਣੀ ਜਿਹੜੀ ਨੌਕਰੀ ਆ ਉਸ ਨੂੰ ਤਿਆਗ ਪੱਤਰ ਦੇ ਦੇਣਾ ਚਾਹੀਦਾ ਹੈ। ਕਿਉਂਕਿ ਜਦੋਂ ਇਨਸਾਨ ਜਿਹੜਾ ਹੈ ਨਾ ਪੂਰੀ ਤਰ੍ਹਾਂ ਵਿਹਲਾ ਫਰੀ ਹੋ ਜਾਵੇ, ਫਿਰ ਹੀ ਜਿਹੜੀ ਉਹ ਸਿੱਖ ਧਰਮ ਦੀ ਖੋਜ ਜਿਹੜੀ ਉਹ ਪੂਰੀ ਗਹਿਰਾਈ ਨਾਲ ਕਰ ਸਕਦਾ ਹੈ। ਇਸ ਕਰਕੇ ਮੈਕਾਲਿਫ ਨੇ 1893 ਦੇ ਵਿੱਚ ਜਿਹੜਾ ਸੀ ਆਪਣੀ ਨੌਕਰੀ ਦਾ ਤਿਆਗ ਪੱਤਰ ਦੇ ਦਿੱਤਾ ਸੀ। ਉਸ ਤੋਂ ਬਾਅਦ ਫਿਰ ਇਹ ਹੈ ਨਾ ਅੰਮ੍ਰਿਤਸਰ ਆ ਗਏ ਸੀਗੇ। ਜਦ ਇੱਥੇ ਅੰਮ੍ਰਿਤਸਰ ਜਿਹੜੇ ਸੀਗੇ ਇਹਨੇ ਆਪਣੇ ਇੱਕ ਘਰ ਦੇ ਵਿੱਚ ਰਹਿਣਾ ਨਹੀਂ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਜਿੰਨੇ ਵੀ ਸਿੱਖ ਵਿਦਵਾਨ ਹੁੰਦੇ ਸੀ ਇਹਨਾਂ ਨੂੰ ਅਕਸਰ ਮਿਲਦੇ ਰਹਿੰਦੇ ਸੀ, ਜਿਉਂ ਕਹਿ ਲਓ ਕਿ ਇਹਨਾਂ ਦੇ ਘਰ ਦੇ ਵਿੱਚ 24 ਘੰਟੇ ਇੱਥੇ ਪਰ ਇੱਕ ਮੇਲਾ ਲੱਗਾ ਰਹਿੰਦਾ ਸੀਗਾ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੇ ਸੀਗੇ ਇਹਨਾਂ ਵਿਦਵਾਨਾਂ ਦੇ ਨਾਲ ਬਹੁਤ ਤਰ੍ਹਾਂ ਦੇ ਗੰਭੀਰ ਵਿਚਾਰ ਗੁਰਬਾਣੀ ਸਿੱਖੀ ਦੇ ਉੱਤੇ ਕਰਨੇ ਸ਼ੁਰੂ ਕੀਤੇ ਸੀ। ਤੇ ਫਿਰ ਇਹਨਾਂ ਨੇ ਨਾ ਜਪਜੀ ਸਾਹਿਬ ਦੀ ਬਾਣੀ ਦਾ ਵੀ ਅਨੁਵਾਦ ਕੀਤਾ ਸੀਗਾ, ਤੇ ਜਪਜੀ ਸਾਹਿਬ ਦੀ ਬਾਣੀ ਦਾ ਅਨੁਵਾਦ ਕਰਕੇ ਤੇ ਇਸ ਦੀ ਸਹਾਈ ਦੇ ਵਾਸਤੇ ਭਗਤ ਲਛਮਣ ਸਿੰਘ ਤੇ ਬਾਲ ਮੁਕੰਦ ਤੇ ਇੱਕ ਅਦਾਸੀ ਮਿੱਤਰ ਇਹਨਾਂ ਨੂੰ ਜਿਹੜਾ ਚੁਣ ਕੇ ਉਹ ਜਪਜੀ ਸਾਹਿਬ ਦੀ ਬਾਣੀ ਦਾ ਅਨੁਵਾਦ ਜਿਹੜਾ ਸੀਗਾ ਉਹ ਭੇਜਿਆ ਸੀਗਾ। ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੇ ਸੀਗੇ ਹੋਰ ਵੀ ਜਪਜੀ ਸਾਹਿਬ ਤੇ ਅਨੁਵਾਦ ਦੇ ਸੋਧ ਤੋਂ ਬਾਅਦ ਜਿੰਨੀਆਂ ਵੀ ਜਿਹੜੀਆਂ ਇਹਨਾਂ ਦੀਆਂ ਫੋਟੋ ਕਾਪੀਆਂ ਸੀਗੀਆਂ ਉਹ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਸਿੱਖ ਸੰਸਥਾਵਾਂ ਸੀਗੀਆਂ ਉਹਨਾਂ ਨੂੰ ਭੇਜੀਆਂ ਤੇ ਆਪਣੇ ਮਿੱਤਰਾਂ ਨੂੰ ਭੇਜੀਆਂ। ਜਿਸ ਕਰਕੇ ਹੈ ਨਾ ਮੈਕਾਲਿਫ ਨੂੰ ਬਹੁਤ ਸਾਰੇ ਵਿਦੇਸ਼ਾਂ ਤੋਂ ਪ੍ਰਸ਼ੰਸਾ ਪੱਤਰ ਸੀਗੇ ਹੈ ਨਾ ਉਹ ਪ੍ਰਾਪਤ ਹੋਏ ਸੀਗੇ। ਫਿਰ ਦੇਖੋ ਇਹਨਾਂ ਨੇ ਫਿਰ ਹੈ ਨਾ ਜਿੰਨੇ ਵੀ ਸਿੱਖ ਵਿਦਵਾਨ ਹੋਰ ਜਿਵੇਂ ਜਿਵੇਂ ਇਹਨਾਂ ਨੂੰ ਪਤਾ ਲੱਗਦਾ ਗਿਆ, ਇਹਨਾਂ ਨੇ ਹੈ ਨਾ ਸੱਦੇ ਪੱਤੇ ਜਿਹੜੇ ਸੀ ਉਹਨਾਂ ਨੂੰ ਭੇਜਣੇ ਸ਼ੁਰੂ ਕਰ ਦਿੱਤੇ। ਫਿਰ ਇਹਨਾਂ ਦੇ ਸੱਦੇ ਪੱਤੇ ਦੇ ਉੱਤੇ ਹੈ ਨਾ ਬਹੁਤ ਸਾਰੇ ਜਿਹੜੇ ਸਿੱਖ ਵਿਦਵਾਨ ਇਹਨਾਂ ਕੋਲ ਆਉਣੇ ਸ਼ੁਰੂ ਹੋ ਗਏ। ਇਹਨਾਂ ਨੇ ਕੋਈ ਵੀ ਸਿੱਖ ਵਿਦਵਾਨ ਉਹਨਾਂ ਨੂੰ ਆਪਣੇ ਕੋਲੋਂ ਨਿੱਜੀ ਖਰਚਾ ਦੇਣਾ ਤੇ ਇੱਥੋਂ ਤੱਕ ਜਿਹੜੀ ਸੀ ਤਨਖਾਹ ਤੇ ਹੋਰ ਸੇਵਾ ਵੀ ਉਹਨਾਂ ਦੀ ਦਿਲੋਂ ਕਰਦੇ ਰਹੇ ਆ। 1907 ਤੇ 1908 ਦੇ ਵਿੱਚ ਫਿਰ ਇਹਨਾਂ ਨੇ ਭਾਈ ਕਾਹਨ ਸਿੰਘ ਨਾਭਾ ਨੂੰ ਆਪਣੇ ਖਰਚੇ ਤੇ ਇੰਗਲੈਂਡ ਜਿਹੜਾ ਸੀਗਾ ਆਪਣੇ ਕੋਲ ਬੁਲਾਇਆ ਸੀਗਾ ਤੇ ਉੱਥੇ ਬੁਲਾ ਕੇ ਫਿਰ ਇਹਨਾਂ ਨੇ ਭਾਈ ਕਾਹਨ ਸਿੰਘ ਜੋ ਖੋਜਾਂ ਦੇ ਅਧਿਐਨ ਦੇ ਜਿੰਨੇ ਵੀ ਪ੍ਰਸਤਾਵ ਸੀਗੇ ਉਹਨਾਂ ਤੋਂ ਹਾਸਲ ਕੀਤੇ ਸੀਗੇ। ਉਸ ਤੋਂ ਬਾਅਦ ਦੇਖੋ ਆਪ ਵੀ ਮੈਕਾਲਿਫ ਨੇ 30 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਜਿੰਨੇ ਵੀ ਜਿਹੜੀਆਂ ਲਿਖਤਾਂ ਨੇ ਲਿਖੀਆਂ ਸੀ ਇਹਨਾਂ ਲਿਖਤਾਂ ਦੇ ਸਾਰੇ ਅਧਿਕਾਰ ਜਿਹੜੇ ਸੀਗੇ ਭਾਈ ਕਾਹਨ ਸਿੰਘ ਹੁਣਾਂ ਨੂੰ ਸੌਂਪ ਦਿੱਤੇ ਸੀਗੇ। ਉਸ ਤੋਂ ਬਾਅਦ ਕਿ ਇਹਨਾਂ ਨੇ ਜਿਹੜੀ ਉੱਥੇ ਕੋਠੀ ਸੀ ਆਪਣੀ ਅਲੀਸ਼ਾਨ ਉਹਨਾਂ ਟਾਈਮਾਂ ਦੇ ਵਿੱਚ ਉਹ ਜਿਹੜੀ ਸੀਗੀ ਇਹ ਭਾਈ ਕਾਹਨ ਸਿੰਘ ਹੁਣਾਂ ਨੂੰ ਜਿਹੜੀ ਸੀ ਉਹ ਭੇਟ ਕਰ ਦਿੱਤੀ ਸੀ। ਪਰ ਭਾਈ ਕਾਹਨ ਸਿੰਘ ਹੁਣਾਂ ਦੀ ਦਰਿਆ ਦਿਲੀ ਸੀਗੀ ਕਿ ਉਹਨਾਂ ਨੇ ਸਿਰਫ ਧੰਨਵਾਦ ਕਹਿ ਕੇ ਇਹ ਜਿਹੜੀ ਕੋਠੀ ਸੀ ਇਹ ਸਵੀਕਾਰ ਨਹੀਂ ਸੀ ਕੀਤੀ।
ਫਿਰ ਦੇਖੋ ਅਖੀਰ ਦੇ ਵਿੱਚ ਫਿਰ ਇਹਨਾਂ ਨੇ ਇੱਕ ਅਨੁਵਾਦ ਕਮੇਟੀ ਬਣਾਉਣ ਦੀ ਜਿਹੜੀ ਬੇਨਤੀ ਸੀਗੀ ਉਹ ਕੀਤੀ ਆ। ਇਹ ਜਦੋਂ ਅਨੁਵਾਦ ਕਮੇਟੀ ਬਣਾਈ ਆ ਤੇ ਇਸ ਕਮੇਟੀ ਨੇ ਜਿੰਨੇ ਵੀ ਇਹਨਾਂ ਨੇ ਜੋ ਵੀ ਆਪਣੇ ਜੀਵਨ ਦੇ ਖੋਜ ਪੱਤਰ ਲਿਖੇ ਸੀ ਉਹਨਾਂ ਦੀ ਜਿਹੜੀ ਪੂਰੀ ਪੜਤਾਲ ਕੀਤੀ ਆ। ਪੂਰੀ ਪੜਤਾਲ ਕਰਕੇ ਤੇ ਇਸ ਕਮੇਟੀ ਨੇ ਜਿਹੜਾ ਇਹ ਫੈਸਲਾ ਦਿੱਤਾ ਸੀਗਾ ਕਿ ਅਸੀਂ ਜਿੰਨੀ ਵੀ ਜਿਹੜੀ ਹੈ ਨਾ ਇਹਦੇ ਵਿੱਚ ਸੋਧ ਥੋੜ੍ਹੀ ਬਹੁਤੀ ਸੀਗੀ ਪੂਰੀ ਕਰਕੇ ਇਹ ਜੋ ਇਹਨਾਂ ਨੇ ਇੱਕ ਗ੍ਰੰਥ ਲਿਖਿਆ ਹੈਗਾ, ਇਹ ਜਿਹੜਾ ਗ੍ਰੰਥ ਹੈਗਾ ਇਸ ਦੀ ਪੂਰੀ ਖੋਜ ਪੜਤਾਲ ਕਰਕੇ ਅਸੀਂ ਜਿਹੜਾ ਹੈਗਾ ਇਸ ਗ੍ਰੰਥ ਦੇ ਉੱਤੇ ਪੂਰੀ ਤਰ੍ਹਾਂ ਮੋਹਰ ਲਾ ਦਿੰਦੇ ਹਾਂ ਕਿ ਇਹ ਗ੍ਰੰਥ ਜਿਹੜਾ ਹੈ ਨਾ ਪੂਰੀ ਤਰ੍ਹਾਂ ਸਿੱਖ ਭਾਵਨਾ ਦੇ ਨਾਲ ਸਹਿਮਤ ਹੈਗਾ, ਪੂਰੀ ਤਰ੍ਹਾਂ ਸਿੱਖ ਭਾਵਨਾ ਦੇ ਨਾਲ ਜੁੜਿਆ ਹੋਇਆ ਹੈਗਾ। ਸੋ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜਾ ਸੀਗਾ ਇਸ ਗ੍ਰੰਥ ਦਾ ਜਿਹੜਾ ਅਨੁਵਾਦ ਸੀਗਾ ਇੱਥੇ ਆਕਸਫੋਰਡ ਯੂਨੀਵਰਸਿਟੀ ਜਿਹੜਾ ਸੀ ਇੰਗਲੈਂਡ ਭੇਜਿਆ ਸੀਗਾ। ਤੇ ਇਹ ਜਿਹੜਾ ਇਹਨਾਂ ਨੇ ਨਾ ਗ੍ਰੰਥ ਲਿਖਿਆ ਹੈਗਾ ਇਹਦੇ ਤਕਰੀਬਨ 2500 ਪੰਨੇ ਆ ਤੇ ਇਹਦੀਆਂ ਹਨਾ ਤਕਰੀਬਨ ਜਿਹੜੇ ਇਹ ਗ੍ਰੰਥ ਦੇ ਇਹ 6 ਹਿੱਸਿਆਂ ਦੇ ਵਿੱਚ ਇਹਦੀ ਛਪਾਈ ਹੋਈ ਆ। ਇਹ ਛਪਾਈ ਜਿਹੜੀ ਸੀ 1909 ਦੇ ਵਿੱਚ ਹੋਈ ਸੀ। ਇਹਨਾਂ ਨੇ ਦੇਖੋ ਜਿਹੜੇ ਇਹਦੇ 6 ਹਿੱਸੇ ਬਣਾਏ ਸੀ ਇਹ ਗ੍ਰੰਥ ਦੇ ਉੱਤੇ ਤੇ ਉਸ ਗ੍ਰੰਥ ਦਾ ਨਾਂ ਸੀਗਾ ਸਿੱਖ ਰਿਲੀਜਨ ਗ੍ਰੰਥ। ਇਹ ਜਿਹੜਾ ਸਿੱਖ ਰਿਲੀਜਨ ਗ੍ਰੰਥ ਸੀਗਾ ਇਹਦੇ 6 ਪਾਰਟ ਮੈਕਾਲਿਫ ਨੇ ਉਹਨਾਂ ਟਾਈਮਾਂ 'ਚ ਬਣਾਏ ਸੀਗੇ। ਸੋ ਜਿਹੜਾ ਪਹਿਲਾ ਪਾਰਟ ਸੀਗਾ ਉਹਦੇ ਵਿੱਚ ਇਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜੀਵਨ ਤੇ ਉਹਨਾਂ ਦੀ ਚੋਣੀਆਂ ਜਿਹੜੀਆਂ ਬਾਣੀਆਂ ਉਹਨਾਂ ਦਾ ਵਰਣਨ ਕੀਤਾ ਸੀਗਾ। ਫਿਰ ਦੂਸਰੇ ਦੇ ਵਿੱਚ ਜਿਹੜਾ ਪਾਠ ਹੈਗਾ ਉਹਦੇ ਵਿੱਚ ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਦੇ ਜਿਹੜੀਆਂ ਸੀ ਉਹ ਚੋਣਵੀਆਂ ਜੋ ਸਾਖੀਆਂ ਸੀ ਇਤਿਹਾਸਕ ਦੀਆਂ ਤੇ ਉਹਨਾਂ ਦੀਆਂ ਜੋ ਚੋਣੀਆਂ ਬਾਣੀਆਂ ਸੀਗੀਆਂ ਉਹਨਾਂ ਦਾ ਅਧਿਐਨ ਜਿਹੜਾ ਲਿਖਿਆ ਹੈਗਾ। ਤੀਸਰੇ ਵਿੱਚ ਇਹਨਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਜਿਹੜਾ ਜੀਵਨ ਵਰਣਨ ਕੀਤਾ ਤੇ ਨਾਲ ਉਹਨਾਂ ਦੇ ਜਿਹੜੇ ਚੋਣਵੇਂ ਸ਼ਬਦ ਹੈਗੇ ਆ ਉਹਨਾਂ ਦਾ ਵਰਣਨ ਕੀਤਾ ਹੈ। ਤੇ ਉਸ ਤੋਂ ਬਾਅਦ ਜਿਹੜਾ ਚੌਥਾ ਜਿਹੜਾ ਗ੍ਰੰਥ ਪਾਰਟ ਹੋਇਆ ਇਸ ਗ੍ਰੰਥ ਦਾ ਉਹਦੇ ਵਿੱਚ 6ਵੇਂ ਗੁਰੂ ਹਰਗੋਬਿੰਦ ਸਾਹਿਬ, 7ਵੇਂ ਧੰਨ ਗੁਰੂ ਹਰਰਾਏ ਜੀ, 8ਵੇਂ ਗੁਰੂ ਹਰਕ੍ਰਿਸ਼ਨ ਮਹਾਰਾਜ, 9ਵੀਂ ਪਾਤਸ਼ਾਹੀ ਧੰਨ ਧੰਨ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਦਾ ਜੀਵਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਦਾ ਜਿਹੜਾ ਅਧਿਐਨ ਖੋਜ ਆ ਉਹਨਾਂ ਨੇ ਇਹਦੇ ਵਿੱਚ ਲਿਖੀ ਆ। ਤੇ 5ਵੇਂ ਗ੍ਰੰਥ ਦੇ ਵਿੱਚ ਇਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਤੇ ਉਹਨਾਂ ਦੇ ਜਿਹੜੇ ਚੋਣਵੇਂ ਸ਼ਬਦ ਆ ਬਾਣੀ ਆ ਉਹਨਾਂ ਨੂੰ ਜਿਹੜਾ ਉਹਦੇ ਵਿੱਚ ਅੰਕਿਤ ਕੀਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਵੀ ਇਹਨਾਂ ਨੇ ਇਸ ਪਾਠ 'ਚ ਲਿਖਿਆ। ਉਸ ਤੋਂ ਬਾਅਦ ਜਿਹੜਾ 6ਵਾਂ ਪਾਠ ਹੈ ਇਹਦੇ ਵਿੱਚ 15 ਭਗਤ, 11 ਭੱਟ ਤੇ ਜਿਹੜੇ ਆਪਣੇ 4 ਗੁਰਸਿੱਖ ਹੈਗੇ ਆ ਉਹਨਾਂ ਦਾ ਜੀਵਨ ਤੇ ਉਹਨਾਂ ਦੀਆਂ ਬਾਣੀਆਂ ਦਾ ਜਿਹੜਾ ਅਧਿਐਨ ਹੈਗਾ ਇਸ ਖੋਜ ਪੱਤਰ ਗ੍ਰੰਥ ਦੇ ਵਿੱਚ ਜਿਹੜਾ ਹੈਗਾ ਉਹ ਦਰਜ ਕੀਤਾ ਹੈਗਾ। ਇਸੇ ਕਰਕੇ ਸੰਸਾਰ ਭਰ ਦੇ ਅੰਦਰ ਜਿੰਨੇ ਵੀ ਧਾਰਮਿਕ ਸੰਮੇਲਨ ਹੋਏ ਆ ਇਹਨਾਂ ਧਾਰਮਿਕ ਸੰਮੇਲਨਾਂ ਦੀ ਜਿਹੜੀ ਪ੍ਰਤੀਨਿਧਤਾ ਹੈਗੀ ਆ ਇਹ ਮੈਕਾਲਿਫ ਨੇ ਜਿਹੜੀ ਆਪਣੇ ਟਾਈਮ ਦੇ ਵਿੱਚ ਕੀਤੀ ਆ। ਜਿਵੇਂ 1899 ਵਿੱਚ ਇੱਕ ਕਾਂਗਰਸ ਸੰਮੇਲਨ ਹੋਇਆ, ਉਸ ਕਾਂਗਰਸ ਸੰਮੇਲਨ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਤੇ ਸਿੱਖਿਆਵਾਂ ਦਾ ਜਿਹੜਾ ਖੋਜ ਪੱਤਰ ਸੀਗਾ ਉਹਦੀ ਜਿਹੜੀ ਪੇਸ਼ਕਸ਼ ਵਾ ਮੈਕਾਲਿਫ ਨੇ ਕੀਤੀ ਸੀ। 1897 ਦੇ ਵਿੱਚ ਰੋਮ ਦੇ ਵਿੱਚ ਜਿਹੜਾ ਕਾਂਗਰਸ ਦਾ ਉਹਨਾਂ ਟਾਈਮਾਂ ਦੇ ਵਿੱਚ ਅਜਲਾਸ ਹੋਇਆ ਸੀਗਾ ਤੇ ਉਹਦੇ ਵਿੱਚ ਪਵਿੱਤਰ ਗੁਰਬਾਣੀ ਬਾਰੇ ਜੋ ਖੋਜ ਪੱਤਰ ਸੀਗਾ ਇਹਨਾਂ ਨੇ ਪੜ੍ਹਿਆ ਸੀਗਾ। ਫਿਰ ਤਕਰੀਬਨ 1899 ਦੇ ਵਿੱਚ ਜਿਹੜੀ ਦੂਸਰੀ ਸ਼ਤਾਬਦੀ ਸੀ ਉਸ ਸ਼ਤਾਬਦੀ ਨੂੰ ਮਨਾਉਣ ਵਿੱਚ ਦੁਨੀਆ ਭਰ ਦੇ ਜਿੰਨੇ ਜਿਹੜੇ ਸਿੱਖ ਸੀਗੇ ਜਾਂ ਹੋਰ ਜਿਹੜੇ ਧਰਮਾਂ ਦੇ ਲੋਕੀ ਸੀ ਉਹਨਾਂ ਨੂੰ ਉਤਸ਼ਾਹ ਕੀਤਾ ਸੀਗਾ ਮੈਕਾਲਿਫ ਨੇ। ਫਿਰ ਤਕਰੀਬਨ 1905 ਦੇ ਵਿੱਚ ਇੱਕ ਪੈਰਿਸ ਜਿਹੜੀ ਸੀ ਜਦੋਂ ਕਾਂਗਰਸ ਦਾ ਸਮਾਗਮ ਹੋਇਆ ਸੀਗਾ ਤੇ ਇਹਨਾਂ ਨੇ ਇਸ ਦੇ ਵਿੱਚ ਬੜੀ ਸ਼ਾਂਤਮਈ ਬਿਰਤੀ ਵਾਲੇ ਜਿਹੜੇ ਸਿੱਖ ਇਤਿਹਾਸ ਦੇ ਉਹਨਾਂ ਟਾਈਮਾਂ ਦੇ ਵਿੱਚ ਯੋਧੇ ਸੀਗੇ ਉਹਨਾਂ ਦਾ ਜੀਵਨ ਜਿਹੜਾ ਸੀਗਾ ਉਹਦਾ ਜੋ ਪੇਸ਼ਕਸ਼ ਸੀਗੀ ਇਹ ਸਭਾ ਦੇ ਵਿੱਚ ਰੱਖੀ ਆ। ਹੋਰ ਅਨੇਕਾਂ ਜਿੰਨੀਆਂ ਵੀ ਸਭਾਵਾਂ ਜਿਹੜੀਆਂ ਸਮੇਂ-ਸਮੇਂ 'ਚ ਹੁੰਦੀਆਂ ਰਹੀਆਂ ਉਹਨਾਂ ਦੇ ਵਿੱਚ ਜਿੰਨੇ ਵੀ ਖੋਜ ਪੱਤਰ ਸੀਗੇ ਇਹ ਮੈਕਾਲਿਫ ਨੇ ਪੜ੍ਹੇ ਆ ਤੇ ਇਸ ਤਰ੍ਹਾਂ ਮੈਕਾਲਿਫ ਜਿਹੜੇ ਸੀ ਆਪਣੀ ਜ਼ਿੰਦਗੀ ਦੇ ਵਿੱਚ ਸਿੱਖ ਧਰਮ ਦੇ ਪ੍ਰੇਮ ਦੇ ਵਿੱਚ ਇੰਨੇ ਰੰਗੇ ਗਏ ਸੀ ਕਿ ਇਹਨਾਂ ਦਾ ਜਿਹੜਾ ਪਿਆਰ, ਸਤਿਕਾਰ, ਪ੍ਰੇਮ ਸੀ ਪੂਰੇ ਸੰਸਾਰ ਦੇ ਵਿੱਚ ਜਿਹੜਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਛਾ ਗਿਆ ਸੀਗਾ। ਸੋ ਮਿਸਟਰ ਮੈਕਾਲਿਫ ਨੇ ਜਿਹੜੀ ਆਪਣੀ ਅੰਤਮ ਜਿਹੜੀ ਵਸੀਅਤ ਲਿਖੀ ਸੀ ਇਸ ਵਸੀਅਤ ਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਸੀ ਇਹ ਬਿਲਕੁਲ ਸਪੈਸ਼ਲ ਤੌਰ 'ਤੇ ਇਹ ਲਿਖੀ ਸੀਗੀ ਕਿ ਮੇਰਾ ਜਿਹੜਾ ਅੰਤਮ ਸੰਸਕਾਰ ਵਾ ਜੀਵਨ ਦਾ ਜਿਹੜਾ ਮੇਰਾ ਸਰੀਰ ਹੈਗਾ ਉਹਦੀਆਂ ਜਿਹੜੀਆਂ ਹੈਗੀਆਂ ਅੰਤਮ ਸੰਸਕਾਰ ਦੀਆਂ ਰਸਮਾਂ ਜਿਹੜੀਆਂ ਹੈਗੀਆਂ ਉਹ ਕਹਿੰਦੇ ਸਿੱਖੀ ਰੋ ਰੀਤਾਂ ਨਾਲ ਮਨਾਈਆਂ ਜਾਣ, ਨਾ ਕਿ ਈਸਾਈ ਮਤ ਦੀਆਂ ਜਿਹੜੀਆਂ ਹੈਗੀਆਂ ਰੋ ਰੀਤਾਂ ਉਹਨਾਂ ਨਾਲ ਮਨਾਇਆ ਜਾਵੇ। ਸੋ ਦੇਖੋ 15 ਮਾਰਚ 1913 ਨੂੰ ਰਾਤ ਦੇ 8:10 ਤੇ ਜਿਹੜੇ ਸੀਗੇ ਜਿਹੜੇ ਮੈਕਾਲਿਫ ਸੀਗੇ ਇਹ ਸਾਰੀ ਦੁਨੀਆ ਨੂੰ ਅਲਵਿਦਾ ਕਹਿ ਗਏ ਸੀਗੇ। ਪਰ ਵੱਡੀ ਗੱਲ ਇਹ ਆ ਕਿ ਆਪਣੇ ਅੰਤਮ ਸਮੇਂ ਦੇ ਵਿੱਚ ਮਿਸਟਰ ਮੈਕਾਲਿਫ ਜੀ ਨੇ ਜਪਜੀ ਸਾਹਿਬ ਦਾ ਸੰਪੂਰਨ ਪਾਠ ਕੀਤਾ ਸੀ ਤੇ ਉਸ ਤੋਂ ਬਾਅਦ ਅਰਦਾਸ ਕੀਤੀ ਸੀਗੀ ਤੇ ਅਰਦਾਸ ਕਰਕੇ ਇਹਨਾਂ ਨੇ ਫਿਰ ਆਪਣਾ ਸਰੀਰ ਛੱਡਿਆ ਸੀਗਾ। ਫਿਰ ਇਹਨਾਂ ਦੇ ਸਰੀਰ ਛੱਡਣ ਤੋਂ ਬਾਅਦ ਜਦ ਜਿਹੜੀ ਇਹਨਾਂ ਦੀ ਖਬਰ ਪੂਰੀ ਦੁਨੀਆ 'ਚ ਲੱਗੀ ਸੀ ਤੇ ਇਹਨਾਂ ਦੇ ਅਣਗਿਣਤ ਮਿੱਤਰ ਸੀਗੇ, ਵਿਦਵਾਨ ਸੀ, ਦੋਸਤ ਸੀ, ਇਹਨਾਂ ਸਾਰਿਆਂ ਨੂੰ ਮੈਕਾਲਿਫ ਦੀ ਜਿਹੜੀ ਮੌਤ ਦੇ ਇੰਨਾ ਭਾਰਾ ਗਹਿਰਾ ਸਦਮਾ ਜਿਹੜਾ ਸੀਗਾ
ਉਦੋਂ ਲੱਗਾ ਸੀਗਾ। ਅਤੇ ਰਾਵਲਪਿੰਡੀ ਦੇ ਵਿੱਚ ਇੱਕ ਜਿਹੜਾ ਸੀਗਾ ਮੈਕਾਲੇਫ ਮੈਮੋਰੀਅਲ ਸੁਸਾਇਟੀ, ਉਹਨਾਂ ਟਾਈਮਾਂ ਦੇ ਵਿੱਚ ਸੰਗਤ ਨੇ ਉਹਦੀ ਇੱਕ ਸਥਾਪਨਾ ਕੀਤੀ ਸੀ। ਫਿਰ ਮਿਸਟਰ ਮੈਕਾਲੇਫ ਨੂੰ ਜਾਣੀ ਕਿ ਇੱਕ ਵੱਡਾ ਖੇਦ ਇਹ ਸੀਗਾ ਕਿ ਉਹਨਾਂ ਨੇ ਜਿੰਨੀ ਵੀ ਖੋਜ ਆਪਣੇ ਜੀਵਨ ਦੇ ਵਿੱਚ 30 ਸਾਲਾਂ 'ਚ ਕੀਤੀ ਸੀ, ਪਰ ਸਰਕਾਰੀ ਸਰਪ੍ਰਸਤੀ ਨਾ ਮਿਲਣ ਕਰਕੇ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਖੇਦ ਹੋਇਆ ਸੀਗਾ। ਸੋ ਜਦ ਇਹਨਾਂ ਦੇ ਸਰੀਰ ਦਾ ਅੰਤਮ ਜਿਹੜਾ ਸੰਸਕਾਰ ਕਰਨ ਦੀਆਂ ਜਿਹੜੀਆਂ ਰਸਮਾਂ ਸੀ, ਉਹਦੇ ਵਿੱਚ ਜਦ ਜਿਹੜੇ ਸੀ ਬਹੁਤ ਸਾਰੇ ਈਸਾਈ ਵੀ ਇਕੱਠੇ ਹੋਏ ਸੀ ਅਤੇ ਬਹੁਤ ਸਾਰੇ ਸਿੱਖ ਸਰਦਾਰ ਵੀ ਇਕੱਠੇ ਹੋਏ ਸੀ। ਪਰ ਈਸਾਈਆਂ ਨੇ ਇਸ ਗੱਲ ਨੂੰ ਜਿਹੜਾ ਸੀਗਾ ਉਹ ਨਾ ਕਰ ਦਿੱਤੀ ਕਿ ਜਿਹੜਾ ਮਿਸਟਰ ਮੈਕਾਲੇਫ ਹੈਗਾ ਇਹ ਈਸਾਈ ਨਹੀਂ ਆ, ਇਹ ਸਿੱਖ ਹੈਗਾ, ਇਸ ਕਰਕੇ ਇਹਨੂੰ ਦਫਨਾਇਆ ਨਹੀਂ ਜਾਊਗਾ। ਪਰ ਸਰਕਾਰੀ ਸਰਪ੍ਰਸਤੀ ਜਿਹੜੀ ਹੈ ਨਾ ਉਹ ਨਾ ਮਿਲਣ ਕਰਕੇ ਸਿੱਖਾਂ ਦਾ ਜਿਹੜਾ ਇੱਕ ਧੜਾ ਸੀਗਾ, ਜਿਹੜਾ ਤੰਗ ਦਿਲੀ ਨਜ਼ਰੀਏ ਵਾਲਾ ਨੈਰੋ ਥੋਟ ਵਾਲਾ ਸੀਗਾ, ਉਹਨਾਂ ਨੇ ਇਹ ਕਿਹਾ ਸੀਗਾ ਕਿ ਮਿਸਟਰ ਮੈਕਾਲੇਫ ਨੇ ਭਾਵੇਂ ਸਿੱਖ ਧਰਮ ਦੇ ਪ੍ਰਤੀ ਆਪਣੇ ਜੀਵਨ ਦੀ ਪੂਰੀ ਖੋਜ ਕੀਤੀ, ਪੂਰੀ ਲਗਨ ਕੀਤੀ, ਪਰ ਇਹ ਕੇਸਾਧਾਰੀ ਨਹੀਂ ਆ, ਇਸ ਕਰਕੇ ਸਿੱਖੀ ਰੋਹ ਰੀਤਾਂ ਦੇ ਨਾਲ ਇਹਨਾਂ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਪਰ ਜਦੋਂ ਜਿਹੜਾ ਝਗੜਾ ਸੀ ਈਸਾਈਆਂ ਅਤੇ ਸਿੱਖਾਂ ਦੇ ਵਿੱਚ ਜ਼ਿਆਦਾ ਵਧਿਆ ਸੀ ਉਹਨਾਂ ਟਾਈਮਾਂ ਦੇ ਵਿੱਚ, ਫਿਰ ਇਸ ਗੱਲ 'ਤੇ ਸਹਿਮਤੀ ਜਿਹੜੀ ਇਹ ਹੋ ਗਈ ਸੀਗੀ ਕਿ ਮਿਸਟਰ ਮੈਕਾਲੇਫ ਦਾ ਜਿਹੜਾ ਸਰੀਰ ਹੈਗਾ, ਇਹ ਸਰੀਰ ਨੂੰ ਜਿਹੜਾ ਹੈ ਨਾ ਬਕਸੇ ਵਿੱਚ ਪਾ ਕੇ ਅਤੇ ਸਿਰਫ 5 ਮਿੰਟ ਲਈ ਜਿਹੜਾ ਹੈਗਾ ਉਹ ਈਸਾਈ ਧਰਮ ਦੀਆਂ ਜਿਹੜੀਆਂ ਰੋਹ ਰੀਤਾਂ ਹੈਗੀਆਂ ਉਹਦੇ ਅਨੁਸਾਰ 5 ਮਿੰਟ ਲਈ ਕਬਰ ਦੇ ਵਿੱਚ ਰੱਖਿਆ ਜਾਵੇਗਾ। ਅਤੇ ਉਸ ਤੋਂ ਬਾਅਦ ਫਿਰ ਇਹਦਾ ਜਿਹੜਾ ਸਰੀਰ ਦਾ ਸੰਸਕਾਰ ਹੈਗਾ ਫਿਰ ਸਿੱਖੀ ਰੋਹ ਰੀਤਾਂ ਦੇ ਨਾਲ ਬਾਅਦ ਦੇ ਵਿੱਚ ਜਿਹੜਾ ਉਹ ਕੀਤਾ ਜਾਵੇਗਾ। ਫਿਰ ਇਸ ਤਰ੍ਹਾਂ ਹੋਈ ਸੀ। ਪਰ ਜਦੋਂ ਇਸ ਚੀਜ਼ ਦੀ ਗਲਤੀ ਜਿਹੜੀ ਸਿੱਖਾਂ ਦੇ ਕੋਲ ਉਹਨਾਂ ਟਾਈਮਾਂ ਦੇ ਵਿੱਚ ਹੋਈ ਸੀ, ਉਹਦਾ ਅਹਿਸਾਸ ਜਦ ਪੰਜਾਬ ਦੇ ਵਿੱਚ ਤਾਂ ਹੋਰ ਗੁਰਸਿੱਖਾਂ ਦੀਆਂ ਸਭਾ ਸੁਸਾਇਟੀਆਂ ਨੂੰ ਪਤਾ ਲੱਗਾ ਸੀਗਾ, ਪਰ ਫਿਰ ਇਹਨਾਂ ਨੇ ਜਿਹੜਾ ਸੀਗਾ ਇਸ ਗੱਲ ਦਾ ਅਹਿਸਾਸ ਹੋਇਆ ਸੀਗਾ ਕਿ ਇਹ ਜਿਹੜੀ ਬਹੁਤ ਵੱਡੀ ਗਲਤੀ ਹੈਗੀ ਆ, ਇਸ ਟਾਈਮ ਜਿਹੜੀ ਉਹਨਾਂ ਟਾਈਮਾਂ ਦੇ ਵਿੱਚ ਇੱਕ ਸਿੱਖਾਂ ਦੇ ਧੜੇ ਨੇ ਉਹਨਾਂ ਟਾਈਮਾਂ ਦੇ ਵਿੱਚ ਕੀਤੀ ਸੀਗੀ, ਉਹ ਗਲਤੀ ਜਿਹੜੀ ਸੀ ਉਹ ਨਹੀਂ ਸੀ ਕਰਨੀ ਚਾਹੀਦੀ। ਕਿਉਂਕਿ ਮੈਕਾਲੇਫ ਨੇ ਆਪਣੀ ਪੂਰੀ ਜ਼ਿੰਦਗੀ ਜਿਹੜੀ ਸੀ ਉਹ ਸਿੱਖ ਕੌਮ ਦੇ ਪ੍ਰੇਮ ਅਤੇ ਪਿਆਰ ਦੇ ਵਜੋਂ ਲਾਤੇ ਸੀ, ਚਾਹੇ ਉਹ ਕੇਸਾਧਾਰੀ ਵੀ ਨਹੀਂ ਸੀਗੇ। ਸੋ ਇਸ ਕਰਕੇ ਇਸ ਚੀਜ਼ ਦੇ ਰੋਸ ਪ੍ਰਦਰਸ਼ਨ ਦੇ ਵਾਸਤੇ ਉਹਨਾਂ ਦੇ ਸਰੀਰ ਸੰਸਕਾਰ ਤੋਂ ਬਾਅਦ ਹਫ਼ਤੇ ਦੇ ਵਿੱਚ ਫਿਰ ਅੰਬਾਲੇ ਇੱਕ ਸਿੱਖ ਐਜੂਕੇਸ਼ਨ ਕਾਨਫਰੰਸ ਹੋਈ ਸੀ। ਉਸ ਸਿੱਖ ਕਾਨਫਰੰਸ ਦੇ ਵਿੱਚ ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਸਿੱਖ ਵਿਦਵਾਨ, ਸੰਤ, ਮਹਾਤਮਾ ਉਹਦੇ ਵਿੱਚ ਪੁੱਜੇ ਸੀ, ਸ਼ਿਰਕਤ ਕੀਤੀ ਸੀ। ਅਤੇ ਉਹਨਾਂ ਨੇ ਸਿੱਖੀ ਦੇ ਪ੍ਰਤੀ ਜੋ ਖੋਜਾਂ ਸੀਗੀਆਂ, ਉਹਨਾਂ ਖੋਜਾਂ ਦਾ ਜੋ ਅਧਿਐਨ ਮੈਕਾਲੇਫ ਨੇ ਪੂਰੀ ਦੁਨੀਆ ਦੇ ਵਿੱਚ ਵੰਡਿਆ ਸੀਗਾ ਆਪਣੇ ਜੀਵਨ ਦੇ ਵਿੱਚ, ਉਹਦੀ ਭਰਪੂਰ ਉਹਨਾਂ ਟਾਈਮਾਂ 'ਚ ਪ੍ਰਸ਼ੰਸਾ ਕੀਤੀ ਸੀਗੀ। ਸੋ ਅੱਜ ਵੀ ਜਿਹੜਾ ਹੈ ਨਾ ਮਿਸਟਰ ਮੈਕਾਲੇਫ ਦਾ ਜੋ ਇਹ ਗ੍ਰੰਥ ਹੈਗਾ, ਜਿਹਦੇ 6 ਪਾਰਟ ਵਾ, ਦਾ ਰਿਲੀਜਨ ਆਫ ਸਿੱਖ, ਇਸ ਦੀਆਂ ਜਿਹੜੀਆਂ 6 ਕਾਪੀਆਂ ਹੈਗੀਆਂ, ਇਹਨਾਂ 6 ਕਾਪੀਆਂ ਦਾ ਜਿਹੜਾ ਜੀਵਨ ਅਧਿਐਨ ਮੈਕਾਲੇਫ ਨੇ ਆਪਣੀ ਜ਼ਿੰਦਗੀ 'ਚ ਕੀਤਾ ਸੀਗਾ, ਰਹਿੰਦੀ ਦੁਨੀਆ ਤੱਕ ਇਹ ਪੂਰੇ ਸੰਸਾਰ ਦੇ ਵਿੱਚ ਸਿੱਖ ਕੌਮ ਦੇ ਪ੍ਰਤੀ ਇੱਕ ਚਾਨਣ ਮੁਨਾਰੇ ਦਾ ਕੰਮ ਹਮੇਸ਼ਾ ਕਰਦਾ ਰਹੇਗਾ। ਸੋ ਦਾਸ ਇਤਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।